ਦਰਸ਼ਕਾਂ ਦਾ ਸਵਾਗਤ। ਮੈਂ ਰਾਜਦੀਪ ਸੁਹਾਨ। ਖਬਰਾਂ ਵੱਲ ਵਧਣ ਤੋਂ ਪਹਿਲਾਂ ਇੱਕ ਨਜ਼ਰ ਪਾ ਲੈਂਦੇ ਹਾਂ ਮੁੱਖ ਸੁਰਖੀਆਂ ਤੇ। ਸਤਿ ਸ਼੍ਰੀ ਅਕਾਲ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਰਾਜਦੀਪ ਸੁਹਾਨ ਸਵਾਗਤ ਕਰਦੀ ਹਾਂ ਤੇ ਖਬਰਾਂ ਵੱਲ ਵਧਣ ਤੋਂ ਪਹਿਲਾਂ ਇੱਕ ਨਜ਼ਰ ਮੁੱਖ ਸੁਰਖੀਆਂ ਤੇ। ਪੰਜਾਬ ਦੇ ਵਿੱਚ ਲਗਾਤਾਰ ਵਧ ਰਿਹਾ ਕੋਰੋਨਾ ਦਾ ਅੰਕੜਾ। 24 ਘੰਟਿਆਂ ਦੇ ਵਿੱਚ 2387 ਨਵੇਂ ਮਾਮਲੇ ਆਏ ਸਾਹਮਣੇ। 32 ਲੋਕਾਂ ਨੇ ਤੋੜਿਆ ਦਮ। ਪੰਜਾਬ ਸਰਕਾਰ ਵੱਲੋਂ ਬਣਾਈ ਰਿਵਿਊ ਕਮੇਟੀ ਅੱਜ ਕਰ ਸਕਦੀ ਹੈ ਬੈਠਕ। ਸਖਤ ਹਿਦਾਇਤਾਂ ਦਾ ਹੋ ਸਕਦਾ ਹੈ ਐਲਾਨ। ਅੱਜ ਮੰਡੀਆਂ ਵਿੱਚ ਸੰਯੁਕਤ ਕਿਸਾਨ ਮੋਰਚਾ ਕਰੇਗਾ ਹੱਲਾ ਬੋਲ। ਐਫਸੀਆਈ ਤੇ ਸਿੱਧੀ ਅਦਾਇਗੀ ਦੇ ਫੈਸਲੇ ਦਾ ਵਿਰੋਧ। ਵਪਾਰੀਆਂ ਦੇ ਸਮਰਥਨ ਵਿੱਚ ਮੰਡੀਆਂ 'ਚ ਕੀਤਾ ਜਾਵੇਗਾ ਰੋਸ ਮੁਜ਼ਾਹਰਾ। ਮੋਗਾ ਦੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ। ਆਪਣੀ ਹੀ ਕਾਰ 'ਚ ਸਵਾਰ ਦੋ ਲੜਕੀਆਂ ਤੇ ਸ਼ਖਸ ਨੇ ਚਲਾਈਆਂ ਗੋਲੀਆਂ ਮਾਰ ਕੇ ਦੋਹਾਂ ਨੂੰ ਸੜਕ ਵਿਚਾਲੇ ਸੁੱਟ ਕੇ ਹੋਇਆ ਫਰਾਰ। ਇੱਕ ਲੜਕੀ ਦੀ ਮੌਤ, ਇੱਕ ਦੀ ਹਾਲਤ ਗੰਭੀਰ। ਜ਼ੀਰਕਪੁਰ ਵਿੱਚ ਕਾਰ ਨੇ ਬਚਾਈ ਤਬਾਹੀ। ਦੋ ਕਾਰਾਂ ਨੂੰ ਟੱਕਰ ਮਾਰਦੀ ਹੋਈ ਦੁਕਾਨ ਦੇ ਵਿੱਚ ਦਾਖਲ ਹੋਈ ਕਾਰ। ਵਾਲ-ਵਾਲ ਬਚੇ ਦੁਕਾਨ 'ਚ ਖੜੇ ਲੋਕ। ਦੁਕਾਨ ਹੋਈ ਤਹਿਸ-ਨਹਿਸ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿਸਾਨ ਮੋਰਚੇ ਦੀ। ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਅੱਜ ਮੰਡੀਆਂ ਦੇ ਵਿੱਚ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਹੈ। ਐਫਸੀਆਈ ਦੀ ਸਿੱਧੀ ਅਦਾਇਗੀ ਦੇ ਫੈਸਲੇ ਦੇ ਵਿਰੋਧ ਦੇ ਵਿੱਚ ਅੱਜ ਕਿਸਾਨਾਂ ਦੇ ਵੱਲੋਂ ਵਪਾਰੀਆਂ ਦੇ ਸਮਰਥਨ ਦੇ ਵਿੱਚ ਅਨਾਜ ਮੰਡੀਆਂ ਦੇ ਵਿੱਚ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਇਸ ਦੌਰਾਨ ਫਸਲ ਵੇਚਣ ਮੌਕੇ ਕਿਸਾਨਾਂ ਨੂੰ ਲੈਂਡ ਰਿਕਾਰਡ ਨਾ ਦਿਖਾਉਣ ਦੀ ਅਪੀਲ ਕੀਤੀ ਗਈ ਹੈ। ਸਿੱਧੀ ਅਦਾਇਗੀ ਦੇ ਲਈ ਐਫਸੀਆਈ ਨੇ ਲੈਂਡ ਰਿਕਾਰਡ ਮੰਗਿਆ ਸੀ, ਸੋ ਇਸ ਨੂੰ ਲੈ ਕੇ ਹੁਣ ਵਪਾਰੀ ਵਰਗ ਦਾ ਜੋ ਇਹ ਸਮਰਥਨ ਕਰਦੇ ਹੋਏ ਕਿਸਾਨ ਨਜ਼ਰ ਆਉਣਗੇ, ਕਿਉਂਕਿ ਇਸ ਦੇ ਨਾਲ ਵਪਾਰੀ ਵਰਗ ਆੜ੍ਹਤੀਆਂ ਤੇ ਵੀ ਕਾਫੀ ਅਸਰ ਪਵੇਗਾ, ਜਿਸ ਨੂੰ ਲੈ ਕੇ ਕਿਸਾਨਾਂ ਨੇ ਹੱਲਾ ਬੋਲ ਦਿੱਤਾ ਹੈ। ਤੇ ਅੱਜ ਕੇਂਦਰ ਸਰਕਾਰ ਦੇ ਇਸ ਫੈਸਲੇ ਦੇ ਖਿਲਾਫ ਕਿਸਾਨਾਂ ਦੇ ਵੱਲੋਂ ਮੰਡੀਆਂ ਦੇ ਵਿੱਚ ਰੋਸ ਮੁਜ਼ਾਹਰਾ ਕਰਨਾ ਹੈ। ਸੋ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਕਿਸਾਨ ਖੇਤੀ ਕਾਨੂੰਨਾਂ ਨੂੰ ਲੈ ਕੇ ਉਹਨਾਂ ਦੇ ਖਿਲਾਫ ਡਟੇ ਹੋਏ ਨੇ। ਦਿੱਲੀ ਦੀਆਂ ਸਰਹੱਦਾਂ ਤੇ ਜੋ ਸਰਕਾਰ ਦੇ ਖੇਤੀਬਾੜੀ ਖੇਤਰ ਨੂੰ ਲੈ ਕੇ ਫੈਸਲੇ ਕੀਤੇ ਗਏ ਨੇ, ਉਸ ਨੂੰ ਲੈ ਕੇ ਹੁਣ ਕਿਸਾਨ ਜੋ ਨੇ ਉਹ ਪੂਰੀ ਤਰ੍ਹਾਂ ਡਟੇ ਹੋਏ ਨੇ। ਤੇ ਅੱਜ ਐਫਸੀਆਈ ਦੀ ਸਿੱਧੀ ਅਦਾਇਗੀ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਵਪਾਰੀ ਵਰਗ ਦਾ ਸਮਰਥਨ ਕਰਦੇ ਹੋਏ ਰੋਸ ਮੁਜ਼ਾਹਰਾ ਕਰਨ ਦਾ ਫੈਸਲਾ ਕੀਤਾ ਗਿਆ ਹੈ। ਸੂਬੇ ਦੀ ਵੱਖ-ਵੱਖ ਮੰਡੀਆਂ ਦੇ ਵਿੱਚ ਰੋਸ ਮੁਜ਼ਾਹਰੇ ਕੀਤੇ ਜਾਣਗੇ ਸਰਕਾਰ ਦੇ ਇਸ ਫੈਸਲੇ ਦੇ ਲਈ। ਤੇ ਇਸ ਦੇ ਨਾਲ ਹੀ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਕਿਸਾਨ ਜੋ ਨੇ ਉਹ ਸਿੱਧੀ ਅਦਾਇਗੀ ਲਈ ਜੋ ਐਫਸੀਆਈ ਨੇ ਲੈਂਡ ਰਿਕਾਰਡ ਮੰਗਿਆ ਹੈ, ਉਹ ਲੈਂਡ ਰਿਕਾਰਡ ਨਾ ਦਿਖਾਉਣ ਦੀ ਅਪੀਲ ਕੀਤੀ ਹੈ। ਸੋ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਫਸਲ ਵੇਚਣ ਦੇ ਸਮੇਂ ਲੈਂਡ ਰਿਕਾਰਡ ਨਾ ਦਿਖਾਇਆ ਜਾਵੇ। ਸੋ ਇੱਕ ਤਰੀਕਾ ਸਰਕਾਰ ਦੇ ਖਿਲਾਫ ਰੋਸ ਮੁਜ਼ਾਹਰਾ ਕਰਨ ਦਾ, ਆਪਣਾ ਗੁੱਸੇ ਦਾ ਪ੍ਰਗਟਾਵਾ ਕਰਨ ਦਾ। ਸੋ ਲਗਾਤਾਰ ਕਿਸਾਨਾਂ ਦੇ ਵੱਲੋਂ ਵੱਖ-ਵੱਖ ਢੰਗਾਂ ਦੇ ਨਾਲ ਖੇਤੀ ਕਾਨੂੰਨਾਂ ਦੇ ਖਿਲਾਫ ਆਪਣਾ ਰੋਸ ਜੋ ਹੈ ਉਹ ਪ੍ਰਦਰਸ਼ਨ ਕੀਤਾ ਜਾਂਦਾ ਹੈ। ਵੱਖ-ਵੱਖ ਧਰਨੇ, ਰੋਸ ਮੁਜ਼ਾਹਰਿਆਂ ਦੇ ਢੰਗ ਦੇ ਨਾਲ ਲਗਾਤਾਰ ਕਿਸਾਨ ਆਪਣੀ ਮੰਗਾਂ ਨੂੰ ਲੈ ਕੇ ਡਟੇ ਹੋਏ ਨੇ। ਸੋ ਤੁਹਾਨੂੰ ਦੱਸ ਦਈਏ ਕਿ ਅੱਜ ਅਨਾਜ ਮੰਡੀਆਂ ਦੇ ਵਿੱਚ ਰੋਸ ਮੁਜ਼ਾਹਰਾ ਕਰਨ ਦਾ ਕਿਸਾਨਾਂ ਦੇ ਵੱਲੋਂ ਫੈਸਲਾ ਕੀਤਾ ਗਿਆ ਹੈ। ਉਧਰ ਮੋਗਾ ਤੋਂ ਖਬਰ ਇਸ ਸਮੇਂ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਇੱਕ ਵਿਅਕਤੀ ਨੇ ਨਾਲ ਹੀ ਕਾਰ ਦੇ ਵਿੱਚ ਸਵਾਰ ਦੋ ਲੜਕੀਆਂ ਨੂੰ ਗੋਲੀ ਮਾਰ ਦਿੱਤੀ ਹੈ, ਜਿਨ੍ਹਾਂ ਦੇ ਵਿੱਚੋਂ ਦੱਸਿਆ ਜਾ ਰਿਹਾ ਹੈ ਕਿ ਇੱਕ ਲੜਕੀ ਦੀ ਮੌਤ ਹੋ ਗਈ ਹੈ, ਜਦਕਿ ਇੱਕ ਗੰਭੀਰ ਰੂਪ ਨਾਲ ਜ਼ਖਮੀ ਹੈ। ਸੋ ਇਹ ਮੋਗਾ ਤੋਂ ਖਬਰ ਸਾਹਮਣੇ ਆਈ ਹੈ। ਸਾਡੇ ਨਾਲ ਮੌਜੂਦ ਹੈ ਮੋਗੇ ਤੋਂ ਸਾਡੇ ਸਹਿਯੋਗੀ ਪੱਤਰਕਾਰ ਜਸ ਵਰਮਾ ਜੀ। ਜਸ, ਇਹ ਕੀ ਹੈ ਪੂਰਾ ਮਾਮਲਾ?
ਰਾਜਦੀਪ ਦੱਸਣਾ ਚਾਹੂੰਗਾ, ਮੋਗਾ ਦੇ ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਮਾਨੂਕੇ ਦੇ ਵਿੱਚ ਇਹ ਘਟਨਾ ਵਾਪਰੀ ਹੈ, ਜਿੱਥੇ ਕਿ ਬਾਘਾ ਪੁਰਾਣਾ ਵਾਲੀ ਸਾਈਡ ਤੋਂ ਆ ਰਹੀ ਅਲਟੋ ਕਾਰ ਦੇ ਵਿੱਚ ਸਵਾਰ ਦੋ ਲੜਕੀਆਂ ਸੀਗੀਆਂ, ਜਿਸ ਦੀ ਡਰਾਈਵਰ ਦੇ ਨਾਲ ਕਹਾ ਸੁਣੀ ਹੋਣ ਤੋਂ ਬਾਅਦ ਵਿੱਚ ਉਹਨੂੰ ਡਰਾਈਵਰ ਨੇ ਉਹਨਾਂ ਨੂੰ ਜੋ ਮੌਜੂਦ ਸੀ ਉਹਨਾਂ ਨੇ ਉਸ ਨੂੰ ਕਾਰ ਦੇ ਵਿੱਚੋਂ ਬਾਹਰ ਕੱਢ ਕੇ ਉਸ ਦੇ ਉੱਤੇ ਦੋ ਗੋਲੀਆਂ ਚਲਾਈਆਂ ਅਤੇ ਉਸ ਨੂੰ ਸੜਕ ਦੇ ਵਿਚਾਲੇ ਸਿੱਟ ਕੇ ਫਰਾਰ ਨਿਹਾਲ ਸਿੰਘ ਵਾਲੇ ਸਾਈਡ ਨੂੰ ਫਰਾਰ ਹੋ ਗਿਆ। ਉੱਥੋਂ ਦੇ ਲੋਕਾਂ ਨੇ ਲੜਕੀਆਂ ਦੀਆਂ ਚੀਕਾਂ ਵਗੈਰਾ ਸੁਣਨ ਤੋਂ ਬਾਅਦ ਚ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਆਪਣਾ ਨਿਹਾਲ ਸਿੰਘ ਵਾਲਾ ਦਾ, ਜਿੱਥੇ ਉਹਨਾਂ ਦੀ ਹਾਲਤ ਨੂੰ ਦੇਖਦੇ ਹੋਏ ਫਰੀਦਕੋਟ ਮੈਡੀਕਲ ਹਸਪਤਾਲ ਦੇ ਵਿੱਚ ਉਹਨਾਂ ਨੂੰ ਰੈਫਰ ਕਰ ਦਿੱਤਾ ਗਿਆ ਹੈ, ਤੇ ਜਿੱਥੇ ਕਿ ਇੱਕ ਲੜਕੀ ਦੀ ਮੌਤ ਹੋ ਚੁੱਕੀ ਹੈ। ਜਸ ਕੀ ਇਹ ਪੂਰਾ ਮਾਮਲਾ ਕਿਸ ਗੱਲੋਂ ਉਹਨੇ ਗੋਲੀਆਂ ਚਲਾਈਆਂ ਕਿ ਗੱਲ ਇੰਨੀ ਵੱਧ ਗਈ ਕਿ ਉਹਨੇ ਗੋਲੀਆਂ ਚਲਾ ਦਿੱਤੀਆਂ ਦੋਨਾਂ ਕੁੜੀਆਂ ਤੇ? ਸਾਜੀ ਇਸ ਗੱਲ ਦਾ ਹਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ ਵੀ ਕੀ ਕਾਰਨ ਸੀਗਾ। ਇਹ ਲੜਕੀਆਂ ਜਿਹੜੀਆਂ ਪਿੰਡ ਸ਼ੇਖਾਂ ਦੀਆਂ ਦੱਸੀ ਜਾ ਰਹੀਆਂ ਤੇ ਜੋ ਲੜਕਾ ਜਿਹਨੇ ਗੋਲੀਆਂ ਚਲਾਈਆਂ ਉਹ ਵੀ ਸ਼ੇਖਾਂ ਪਿੰਡ ਦਾ ਹੀ ਦੱਸਿਆ ਜਾ ਰਿਹਾ ਹੈ, ਪਰ ਇਹ ਮਾਮਲਾ ਹਜੇ ਤੱਕ ਗੱਲਬਾਤ ਸਾਹਮਣੇ ਨਹੀਂ ਆਈ ਕਿ ਕੀ ਕਾਰਨ ਸੀਗਾ ਵੀ ਇਹਨਾਂ ਨੇ ਗੋਲੀਆਂ ਚਲਾਈਆਂ। ਪੁਲਿਸ ਦੇ ਨਾਲ ਕੋਈ ਗੱਲਬਾਤ ਹੋਈ ਜਾਂ ਕੋਈ ਪੁਲਿਸ ਨੇ ਬਿਆਨ ਜਾਰੀ ਕੀਤਾ ਹੋਵੇ? ਬਿਲਕੁਲ, ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਉਹ ਕਹਿੰਦੇ ਪੁੱਛਗਿੱਛ ਹੋਣ ਤੋਂ ਬਾਅਦ ਵਿੱਚ ਹੀ ਪਤਾ ਲੱਗ ਪਾਏਗਾ ਕਿ ਪੂਰਾ ਮਾਮਲਾ ਕੀ ਸੀ, ਗੋਲੀਆਂ ਕਿਉਂ ਚਲਾਈਆਂ ਗਈਆਂ। ਲੜਕਾ ਗ੍ਰਿਫਤ ਵਿੱਚ ਹੈ ਕਿ ਗ੍ਰਿਫਤ ਤੋਂ ਬਾਹਰ ਹੈ? ਨਹੀਂ, ਫਿਲਹਾਲ ਗ੍ਰਿਫਤ ਤੋਂ ਬਾਹਰ ਹੈ, ਲੜਕੇ ਦੀ ਤਲਾਸ਼ ਕੀਤੀ ਜਾ ਰਹੀ ਹੈ। ਸ਼ੁਕਰੀਆ ਜਸ ਪੂਰੀ ਜਾਣਕਾਰੀ ਦੇ ਲਈ। ਸੋ ਤੁਹਾਨੂੰ ਦੱਸ ਦਈਏ ਕਿ ਮੋਗਾ ਦੇ ਜੋ ਦਰਦਨਾਕ ਹਾਦਸਾ ਉੱਥੇ ਇੱਕ ਘਟਨਾ ਵਾਪਰੀ ਹੈ ਕਿ ਇੱਕ ਮੁਲਜ਼ਮ ਦੇ ਵੱਲੋਂ ਇੱਕ ਕਾਰ ਦੇ ਡਰਾਈਵਰ ਦੇ ਵੱਲੋਂ ਦੋ ਲੜਕੀਆਂ ਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ ਸ਼ਰੇਆਮ। ਤੇ ਗੋਲੀ ਕਿਉਂ ਚਲਾਈ ਗਈ ਹੈ, ਕੀ ਹੈ ਇਸ ਘਟਨਾ ਦੇ ਪਿੱਛੇ ਕਾਰਨ, ਕੀ ਹੈ, ਕਿਸ ਗੱਲੋਂ ਇਹਨਾਂ ਲੜਕੀਆਂ ਨੂੰ ਜੋ ਹੈ ਗੋਲੀ ਮਾਰੀ ਗਈ ਹੈ, ਇਸ ਬਾਰੇ ਹਾਲੇ ਪੁਲਿਸ ਨੇ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ ਹੈ ਕਿਉਂਕਿ ਜਾਂਚ ਜਾਰੀ ਹੈ ਤੇ ਉਹਦੇ ਜੋ ਮੁਲਜ਼ਮ ਹੈ ਉਹਦੀ ਵੀ ਭਾਲ ਜਾਰੀ ਹੈ। ਪੁਲਿਸ ਦੇ ਵੱਲੋਂ ਉਸ ਦੀ ਵੀ ਭਾਲ ਕੀਤੀ ਜਾ ਰਹੀ ਹੈ। ਤੇ ਉਧਰ ਜ਼ੀਰਕਪੁਰ ਦੇ ਟਕੌਲੀ ਇਲਾਕੇ ਦੇ ਵਿੱਚ ਕਾਰ ਨੇ ਤਬਾਹੀ ਮਚਾਈ ਹੈ ਤੇ ਤੇਜ਼ ਰਫ਼ਤਾਰ ਕਾਰ ਦੋ ਕਾਰਾਂ ਨੂੰ ਟੱਕਰ ਮਾਰਦੀ ਹੋਈ ਇੱਕ ਦੁਕਾਨ ਦੇ ਵਿੱਚ ਜਾ ਵੜਦੀ ਹੈ ਤੇ ਇੱਥੇ ਜੋ ਦੁਕਾਨ ਦੇ ਵਿੱਚ ਲੋਕ ਹੁੰਦੇ ਨੇ ਉਹ ਇਸ ਹਾਦਸੇ ਦੇ ਵਿੱਚ ਵਾਲ-ਵਾਲ ਬਚ ਗਏ ਨੇ। ਤੁਹਾਨੂੰ ਦੱਸ ਦਈਏ ਕਿ ਇਸ ਦੇ ਨਾਲ ਦੁਕਾਨ ਜ਼ਰੂਰ ਤਹਿਸ-ਨਹਿਸ ਹੋ ਗਈ ਹੈ। ਸੋ ਇਹ ਤੇਜ਼ ਰਫ਼ਤਾਰ ਦਾ ਮਾਮਲਾ ਹੈ ਕਿ ਲੋਕ ਕਿਸ ਤਰੀਕੇ ਦੇ ਨਾਲ ਅਣਗਹਿਲੀ ਵਰਤਦੇ ਹੋਏ ਤੇਜ਼ ਰਫ਼ਤਾਰ ਦੇ ਨਾਲ ਇਹ ਘਟਨਾਵਾਂ ਵਾਪਰ ਰਹੀਆਂ ਨੇ। ਸੋ ਇਹ ਜ਼ੀਰਕਪੁਰ ਦੇ ਟਕੌਲੀ ਇਲਾਕੇ ਦੀ ਘਟਨਾ ਹੈ ਜਿੱਥੇ ਇੱਕ ਕਾਰ ਇੰਨੀ ਤੇਜ਼ ਰਫ਼ਤਾਰ ਦੇ ਨਾਲ ਆਂਦੀ ਹੈ ਕਿ ਪਹਿਲਾਂ ਉਹ ਦੋ ਕਾਰਾਂ ਨੂੰ ਟੱਕਰ ਮਾਰਦੀ ਹੈ, ਟੱਕਰ ਮਾਰਦੇ ਹੋਏ ਸਾਹਮਣੇ ਇੱਕ ਦੁਕਾਨ ਦੇ ਵਿੱਚ ਜਾ ਵੜਦੀ ਹੈ ਤੇ ਉੱਥੇ ਜੋ ਲੋਕ ਹੁੰਦੇ ਨੇ ਹਾਲਾਂਕਿ ਉਹ ਇਸ ਹਾਦਸੇ ਦੇ ਵਿੱਚ ਵਾਲ-ਵਾਲ ਬਚ ਗਏ ਨੇ, ਉਹਨਾਂ ਦਾ ਬਚਾਅ ਹੋ ਗਿਆ ਹੈ, ਪਰ ਦੁਕਾਨ ਦਾ ਦੱਸਿਆ ਜਾ ਰਿਹਾ ਹੈ ਕਿ ਕਾਫੀ ਨੁਕਸਾਨ ਹੋਇਆ ਹੈ ਇੱਥੇ। ਸੋ ਇਹ ਤੇਜ਼ ਰਫ਼ਤਾਰ ਦਾ ਮਾਮਲਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜੋ ਕਾਰ ਚਾਲਕ ਸੀ ਜੋ ਇਸ ਕਾਰ ਦੇ ਵਿੱਚ ਬੈਠਾ ਸੀ ਉਹ ਨਸ਼ੇ ਦੀ ਹਾਲਤ ਦੇ ਵਿੱਚ ਸੀ। ਇਹ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਉਹ ਆਪਣੇ ਹੋਸ਼ ਹਵਾਸ ਦੇ ਵਿੱਚ ਨਹੀਂ ਸੀ, ਨਸ਼ੇ ਵਿੱਚ ਸੀ, ਜਿਸ ਦੇ ਕਾਰਨ ਇਹ ਪੂਰਾ ਹਾਦਸਾ ਵਾਪਰਿਆ ਹੈ। ਸੋ ਜ਼ੀਰਕਪੁਰ ਦੇ ਟਕੌਲੀ ਇਲਾਕੇ ਦੀ ਇਹ ਖਬਰ ਹੈ ਜਿੱਥੇ ਇੱਕ ਕਾਰ ਨੇ ਤਬਾਹੀ ਮਚਾਈ ਹੈ। ਹਾਲਾਂਕਿ ਜਾਨੀ ਨੁਕਸਾਨ ਹੋਣ ਤੋਂ ਇੱਥੇ ਬਚਾਅ ਹੋ ਗਿਆ ਹੈ ਤੁਹਾਨੂੰ ਦੱਸ ਦਈਏ, ਪਰ ਇਸ ਦੇ ਨਾਲ ਦੁਕਾਨ ਨੂੰ ਕਾਫੀ ਨੁਕਸਾਨ ਪੁੱਜਾ ਹੈ, ਕਾਫੀ ਤਹਿਸ-ਨਹਿਸ ਹੋਈ ਹੈ ਦੁਕਾਨ। ਤੁਹਾਨੂੰ ਦੱਸ ਦਈਏ ਕਿ ਪਹਿਲਾਂ ਇਹ ਕਾਰ ਦੋ ਕਾਰਾਂ ਨੂੰ ਟੱਕਰ ਮਾਰਦੀ ਹੈ, ਫਿਰ ਸਿੱਧਾ ਇੱਕ ਦੁਕਾਨ ਦੇ ਵਿੱਚ ਜਾ ਵੜਦੀ ਹੈ ਜਿੱਥੇ ਕੁਝ ਲੋਕ ਮੌਜੂਦ ਹੁੰਦੇ ਨੇ ਦੁਕਾਨ ਦੇ ਵਿੱਚ। ਤੇ ਤੁਹਾਨੂੰ ਦੱਸ ਦਈਏ ਕਿ ਇਹ ਜ਼ੀਰਕਪੁਰ ਦੇ ਟਕੌਲੀ ਇਲਾਕੇ ਦਾ ਮਾਮਲਾ ਹੈ। ਉਧਰ ਕੈਪਟਨ ਸਰਕਾਰ ਦੇ ਕਾਰਜਕਾਲ ਨੂੰ 4 ਸਾਲ ਪੂਰੇ ਹੋ ਗਏ ਨੇ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ 4 ਸਾਲ ਦੀਆਂ ਪ੍ਰਾਪਤੀਆਂ ਗਿਣਵਾਈਆਂ ਜਾ ਰਹੀਆਂ ਨੇ। ਮੁੱਖ ਮੰਤਰੀ ਦਾ ਕਹਿਣਾ ਹੈ ਕਿ ਕਾਂਗਰਸ ਸਰਕਾਰ ਦੇ ਵੱਲੋਂ ਕੀਤੇ ਗਏ ਜ਼ਿਆਦਾਤਰ ਵਾਅਦੇ ਪੂਰੇ ਕਰ ਦਿੱਤੇ ਗਏ ਨੇ ਅਤੇ ਉਹਨਾਂ ਕਿਹਾ ਕਿ ਬਾਕੀ ਰਹਿੰਦੇ ਵਾਅਦੇ ਜਲਦ ਹੀ ਪੂਰੇ ਕਰ ਦਿੱਤੇ ਜਾਣਗੇ। ਉਹਨਾਂ ਕਿਹਾ ਕਿ ਉਹਨਾਂ ਦੇ ਵੱਲੋਂ ਕੇਂਦਰ ਦੇ ਖੇਤੀ ਕਾਨੂੰਨ ਰੱਦ ਕੀਤੇ ਜਾਣ ਦੀ ਮੰਗ ਜਿਹੜੀ ਹੈ ਉਹ ਵੀ ਚੁੱਕੀ ਗਈ ਹੈ। ਉਹਨਾਂ ਪੰਜਾਬ ਦੇ ਵਿੱਚ ਨਸ਼ਿਆਂ ਦਾ ਲੱਕ ਤੋੜਨ ਦੀ ਸਹੁੰ ਖਾਧੀ ਸੀ ਜੋ ਉਹਨਾਂ ਨੇ ਪੂਰੀ ਵੀ ਕੀਤੀ ਹੈ। ਮੁੱਖ ਮੰਤਰੀ ਨੇ ਸਰਹੱਦ ਤੇ ਚੱਲ ਰਹੀ ਹਲਚਲ ਤੇ ਵੀ ਚਿੰਤਾ ਜਤਾਈ। ਉਹਨਾਂ ਕਿਹਾ ਕਿ ਸੂਬੇ ਦੇ ਵਿੱਚ ਆਤਕੀ ਜੋ ਗਤੀਵਿਧੀਆਂ ਨੂੰ ਦਬਾਉਣ ਦੀ ਮੁਹਿੰਮ ਦੇ ਅਧੀਨ 37 ਜੋ ਅੱਤਵਾਦੀ ਮੋਡਿਊਲ ਨੇ ਉਹਨਾਂ ਦਾ ਪਰਦਾਫਾਸ਼ ਵੀ ਕੀਤਾ ਹੈ। 218 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ। ਇਸ ਤੋਂ ਇਲਾਵਾ 1928 ਗੈਰ ਕਾਨੂੰਨੀ ਹਥਿਆਰ ਅਤੇ 38 ਹੈਂਡ ਗ੍ਰੇਨੇਡ ਬਰਾਮਦ ਕੀਤੇ ਗਏ ਨੇ। ਇਸ ਤੋਂ ਇਲਾਵਾ 10 ਡਰੋਨ ਜੋ ਨੇ ਉਹ ਵੀ ਜਿਹੜੇ ਉਹ ਫੜੇ ਗਏ ਨੇ। ਸੋ ਇਹ ਪ੍ਰਾਪਤੀਆਂ ਜਿਹੜੀਆਂ ਨੇ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗਿਣਵਾਈਆਂ ਨੇ ਆਪਣੀਆਂ ਸਰਕਾਰ ਦੀਆਂ ਤੇ ਕਿਹਾ ਕਿ ਅਤੇ ਕਹਿ ਰਹੇ ਨੇ ਕਿ ਉਹਨਾਂ ਨੇ ਜਿੰਨੇ ਵੀ ਵਾਅਦੇ ਕੀਤੇ ਨੇ
ਪੰਜਾਬ ਦੇ ਲੋਕਾਂ ਦੇ ਨਾਲ ਕਾਫੀ ਹੱਦ ਤੱਕ ਉਹਨਾਂ ਨੇ ਨਿਭਾਈ ਨੇ ਤੇ ਜਿਹੜੇ ਰਹਿ ਗਏ ਨੇ ਉਹ ਵੀ ਬਹੁਤ ਜਲਦੀ ਨਿਭਾਉਣਗੇ। ਤੇ ਉਧਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਦੇ ਵਿੱਚ ਉਹਨਾਂ ਨੇ ਕੇਂਦਰ ਸਰਕਾਰ ਦੇ 4 ਸਾਲ ਪੂਰੇ ਹੋਣ ਤੇ ਕੈਪਟਨ ਸਰਕਾਰ ਤੇ ਸਵਾਲ ਚੁੱਕਦੇ ਹੋਏ ਉਹਨਾਂ ਨੇ ਕਿਹਾ ਹੈ ਕਿ ਕੈਪਟਨ ਸਰਕਾਰ ਦੇ ਵਾਅਦਿਆਂ ਤੇ ਜੋ ਵੀ ਉਹਨਾਂ ਨੇ ਹੁਣ ਤੱਕ ਵਾਅਦੇ ਕੀਤੇ ਨੇ ਉਹਨਾਂ ਵਿੱਚੋਂ ਕੋਈ ਵੀ ਸਰਕਾਰ ਨੇ ਪੂਰਾ ਨਹੀਂ ਕੀਤਾ। ਸੋ ਜਿੱਥੇ ਇੱਕ ਪਾਸੇ ਸੂਬਾ ਸਰਕਾਰ ਆਪਣੀਆਂ ਪ੍ਰਾਪਤੀਆਂ ਗਿਣਵਾਉਣ ਵਿੱਚ ਲੱਗੀ ਹੋਈ ਹੈ, ਉੱਥੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੀ ਸਵਾਲ ਚੁੱਕੇ ਜਾ ਰਹੇ ਨੇ। ਇਹ ਜਿਹੜਾ ਕ੍ਰੈਡਿਟ ਹੈ ਅੱਜ 4 ਸਾਲਾਂ ਬਾਅਦ ਜਦੋਂ ਤੁਸੀਂ ਇਹ ਕਹਿੰਦੇ ਹੋ ਕਿ ਮੈਂ ਇਹ ਸਹੁੰ ਨਹੀਂ ਚੁੱਕੀ ਸੀ ਤੇ ਤੁਸੀਂ ਆਪਣੇ ਆਪ ਐਡਮਿਟ ਕਰਦੇ ਹੋ ਕਿ ਮੈਂ ਜਿਹੜਾ ਵਾਅਦਾ ਕੀਤਾ ਸੀ ਪੰਜਾਬ ਦੀ ਜਨਤਾ ਦੇ ਨਾਲ ਉਹਦੇ ਤੋਂ ਮੁੱਕਰ ਰਿਹਾ। ਲਓ ਜੀ, ਹੁਣ ਮੁੱਖ ਮੰਤਰੀ ਸਾਹਿਬ ਨੂੰ ਜਾ ਕੇ ਪੁੱਛ ਲਿਓ ਕਿ ਜਿਹੜਾ 4200 ਕਰੋੜ ਦਾ ਤੁਸੀਂ ਕ੍ਰੈਡਿਟ ਲੈ ਰਹੇ ਹੋ, ਇਹ ਜਿਹੜਾ ਕ੍ਰੈਡਿਟ ਹੈ ਇਹ ਜਿਹੜੀ ਕਿਸਾਨਾਂ ਨੂੰ ਪੈਨਲਟੀ ਪਈ ਹੈ ਤੁਹਾਡੇ ਟਾਈਮ ਸਿਰ ਉਹਨਾਂ ਕਰਜ਼ਾ ਵੀ ਨਾ ਮਾਫ ਕਰਨ ਦੀ, ਇਹ ਉਸ ਤੋਂ ਵੀ ਕਈ ਗੁਣਾ ਘੱਟ ਹੈ, ਕਿਉਂਕਿ ਤੁਸੀਂ ਵਾਅਦਾ ਕੀਤਾ ਸੀ, ਲੋਕਾਂ ਨੂੰ ਐਲਾਨ ਕਰ ਦਿੱਤਾ ਸੀ ਜਿਸ ਦਿਨ ਪਹਿਲੀ ਵਿਧਾਨ ਸਭਾ ਹੋਈ ਸੀ ਕਿ ਅੱਜ ਤੋਂ ਬਾਅਦ ਤੁਹਾਨੂੰ ਆਪਣਾ ਕਰਜ਼ਾ ਦੇਣ ਦੀ ਲੋੜ ਨਹੀਂ ਹੈ, ਤੇ ਲੋਕਾਂ ਨੇ ਕਰਜ਼ਾ ਵਾਪਸ ਨਹੀਂ ਕੀਤਾ ਸੀ। ਉਹਨਾਂ ਨੂੰ ਜਿਹੜੀ 3% ਰਿਬੇਟ ਮਿਲਣੀ ਸੀ ਟਾਈਮ ਸਿਰ ਕਰਜ਼ਾ ਵਾਪਸ ਕਰਕੇ ਉਹ ਨਹੀਂ ਮਿਲੀ, ਔਰ 4% ਉਹਨਾਂ ਲੋਕਾਂ ਨੂੰ ਪੈਨਲਟੀ ਦੇਣੀ ਪਈ। ਉਹ ਸਾਰੀ ਕੀਮਤ ਜਿਹੜੀ ਆ ਜਿੰਨਾ ਤੁਸੀਂ ਟੋਟਲ ਕਰਜ਼ੇ ਮਾਫੀ ਦਾ ਕ੍ਰੈਡਿਟ ਲੈਂਦੇ ਹੋ 4000 ਕਰੋੜ ਦਾ, ਉਸ ਤੋਂ ਜਿਹੜੀ ਆ ਉਹ ਵੱਧ ਹੈ। ਪਰ ਮੈਂ ਇਹ ਵੀ ਉਮੀਦ ਕਰਦਾ ਸੀ ਕਿ ਅੱਜ ਮੁੱਖ ਮੰਤਰੀ ਸਾਹਿਬ ਜਿਹੜੀ 2500 ਰੁਪਏ ਅਨਐਮਪਲਾਇਮੈਂਟ ਅਨਾਉਂਸ ਇਸ ਮੈਨੀਫੈਸਟੋ ਦੇ ਵਿੱਚ ਲਿਖਿਆ ਹੋਇਆ, ਅੱਜ ਉਹਦੇ ਬਾਰੇ ਕਿਉਂ ਚੁੱਪ ਹੈ? ਅੱਜ ਜਿਹੜੀ ਪੈਨਸ਼ਨ ਉਹਨਾਂ ਨੇ 2500 ਰੁਪਏ ਪਹਿਲੇ ਸਾਲ ਤੋਂ ਦੇਣ ਦੀ ਗੱਲ ਕੀਤੀ ਸੀ, ਅੱਜ ਉਹਦੇ ਬਾਰੇ ਕਿਉਂ ਚੁੱਪ ਹੈ? ਅੱਜ 51000 ਸ਼ਗਨ ਸਕੀਮ ਜਿਹੜੀ 2017 ਤੋਂ ਉਹਨਾਂ ਨੇ ਦੇਣੀ ਸੀ, ਅੱਜ ਉਹਦੇ ਵਾਸਤੇ ਮੁੱਖ ਮੰਤਰੀ ਸਾਹਿਬ ਨੇ ਕੋਈ ਵਿਸਤਾਰ ਦੇ ਵਿੱਚ ਨਹੀਂ ਦੱਸਿਆ। ਔਰ ਜਿਹੜਾ ਸਾਰੇ ਦਲਿਤ ਭਰਾਵਾਂ ਨੂੰ ਇੱਕ ਇੱਕ ਘਰ ਬਣਾ ਕੇ ਦੇਣ ਦਾ ਵਾਅਦਾ ਕੀਤਾ ਸੀ, ਔਰ ਇੰਡਸਟਰੀ ਨੂੰ ਜਿਹੜੀ 5 ਰੁਪਏ ਯੂਨਿਟ ਬਿਜਲੀ ਦੇਣ ਦੀ ਗੱਲ ਕੀਤੀ ਸੀ, ਅੱਜ ਉਹ ਸਾਰੀਆਂ ਚੀਜ਼ਾਂ ਦੇ ਉੱਤੇ ਮੁੱਖ ਮੰਤਰੀ ਸਾਹਿਬ ਚੁੱਪ ਸੀ। ਮੈਂ ਤੁਹਾਡੇ ਰਾਹੀਂ ਫਿਰ ਜਵਾਬ ਲੈਣੇ ਚਾਹਾਂਗਾ ਕਿ ਬਹੁਤ ਕੁਝ ਇਸ ਮੈਨੀਫੈਸਟੋ ਦੇ ਵਿੱਚ ਲਿਖਿਆ ਹੋਇਆ। ਤੁਸੀਂ 85% ਕਹਿੰਦੇ ਹੋ, ਮੈਂ ਕਹਿੰਦਾ ਤੁਸੀਂ 5% ਵੀ ਸਾਬਤ ਕਰਦੇ ਹੋ ਤੇ ਸਾਨੂੰ ਜੋ ਕਹੋਗੇ ਅਸੀਂ ਮੰਨਣ ਵਾਸਤੇ ਤਿਆਰ ਹਾਂ। ਇੱਕ ਮੁੱਖ ਮੰਤਰੀ ਦੇ ਵਕਾਰੀ ਅਹੁਦੇ ਤੇ ਬੈਠ ਕੇ ਪ੍ਰੈਸ ਦੀ ਹਾਜ਼ਰੀ ਦੇ ਵਿੱਚ ਇਸ ਪੱਧਰ ਤੇ ਲੋਕਾਂ ਨੂੰ ਗੁੰਮਰਾਹ ਕਰਨਾ, ਇਹ ਮੈਂ ਸਮਝਦਾ ਕਿ ਮੁੱਖ ਮੰਤਰੀ ਸਾਹਿਬ ਨੂੰ ਸ਼ੋਭਾ ਨਹੀਂ ਦਿੰਦਾ। ਔਰ ਦੂਜੀ ਗੱਲ ਹੈ ਕਿ ਘੰਟੇ ਤੋਂ ਵੱਧ ਸਮਾਂ ਪ੍ਰੈਸ ਕਾਨਫਰੰਸ ਚੱਲੀ ਹੈ। 1/3 ਪੰਜਾਬ ਦੇ ਵਿੱਚ ਦਲਿਤ ਭਾਈਚਾਰੇ ਦੀ ਆਬਾਦੀ ਹੈ ਤੇ ਇੱਕ ਵੀ ਗੱਲ ਦਾ ਜ਼ਿਕਰ ਮੁੱਖ ਮੰਤਰੀ ਸਾਹਿਬ ਨੇ ਕਿ ਦਲਿਤ ਭਾਈਚਾਰੇ ਵਾਸਤੇ ਅਸੀਂ 4 ਸਾਲਾਂ ਦੇ ਵਿੱਚ ਕੀ ਕੀਤਾ, ਇੱਕ ਵੀ ਗੱਲ ਸੂਬੇ ਦੀ 1/3 ਆਬਾਦੀ ਵਾਸਤੇ ਮੁੱਖ ਮੰਤਰੀ ਸਾਹਿਬ ਨੇ ਕਿਉਂ ਨਹੀਂ ਕੀਤੀ, ਇਹ ਵੀ ਮੈਂ ਤੁਹਾਡੇ ਰਾਹੀਂ ਅੱਜ ਫਿਰ ਉਹਨਾਂ ਤੋਂ ਜਵਾਬ ਚਾਹੁੰਦਾ। ਪੰਜਾਬ ਸਰਕਾਰ ਦੇ 4 ਸਾਲ ਪੂਰੇ ਹੋਣ ਤੇ ਫਤਿਹਗੜ੍ਹ ਸਾਹਿਬ ਵਿਖੇ ਕੈਬਨਿਟ ਮੰਤਰੀ ਭਰਤ ਭੂਸ਼ਣ ਆਸ਼ੂ ਨੇ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਪੱਤਰਕਾਰਾਂ ਦੇ ਸਨਮੁਖ ਰੱਖਿਆ। ਸਰਕਾਰ ਦੀਆਂ ਪ੍ਰਾਪਤੀਆਂ ਰੱਖਣ ਉਪਰੰਤ ਕੈਬਨਿਟ ਮੰਤਰੀ ਭਰਤ ਭੂਸ਼ਣ ਆਸ਼ੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੀ ਮਿਲਣੀ ਨੂੰ ਪਾਰਟੀ ਦੇ ਲਈ ਇੱਕ ਮਜ਼ਬੂਤੀ ਕਰਾਰ ਦਿੱਤਾ ਹੈ। ਤੁਹਾਨੂੰ ਥੋੜਾ ਜਿਹਾ ਬਰੀਫ ਕਰਦੇ ਹਾਂ। ਪਿਛਲੇ 4 ਸਾਲ ਦੀ ਫੂਡ ਐਂਡ ਸਿਵਲ ਸਪਲਾਈ ਦੀ ਕਾਰਗੁਜ਼ਾਰੀ ਵਾਸਤੇ ਤੁਹਾਨੂੰ ਥੋੜਾ ਜਿਹਾ ਮੈਂ ਜਾਣੂ ਕਰਵਾ ਦਿਆਂ, ਕਿਉਂਕਿ ਜਦੋਂ 2017 ਦੇ ਵਿੱਚ ਸਰਕਾਰ ਬਣੀ ਸੀ ਔਰ ਤੁਸੀਂ ਸਾਰੇ ਜਾਣਦੇ ਹੋ ਵੀ 2017 ਦੇ ਵਿੱਚ ਕਿਸ ਤਰੀਕੇ ਜਦੋਂ ਸਰਕਾਰ ਬਣੀ ਇੱਕ ਦਿਨ ਪਹਿਲਾਂ ਹੀ 31000 ਕਰੋੜ ਦਾ ਲੋਨ ਪੰਜਾਬ ਸਰਕਾਰ ਨੂੰ ਲੈਣਾ ਪਿਆ, ਜਿਹੜੇ ਜਾਂਦੇ ਜਾਂਦੇ ਇਸ ਪੰਜਾਬ ਦੇ ਉੱਤੇ ਸਾਰੇ ਲੋਕਾਂ ਦੇ ਉੱਤੇ ਮੜ ਗਏ, ਉਹ ਫੂਡ ਡਿਪਾਰਟਮੈਂਟ ਕਰਕੇ ਸੀ। ਤਾਂ ਸਭ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਜੀ ਦਾ ਇਹ ਸੀਗਾ ਵੀ ਫੂਡ ਦੇ ਵਿੱਚ ਰਿਫਾਰਮਸ ਲਿਆਂਦੇ ਜਾਣ ਤਾਂ ਕਿ ਆ ਜਿਹੜੀ ਲੀਕੇजेस ਹੈ 31000 ਕਰੋੜ ਦਾ 10 ਸਾਲ ਦੇ ਵਿੱਚ ਇੱਕ ਬਹੁਤ ਵੱਡਾ
ਜਿਹੜਾ ਭਾਰ ਸੀਗਾ ਪੰਜਾਬ ਦੇ ਲੋਕਾਂ ਨੇ ਚੱਕਣਾ ਪਿਆ, ਉਹ ਇਹੋ ਜਿਹਾ ਭਾਰ ਨਾ ਚੱਕਣਾ ਪਵੇ। ਉਹਦੇ ਲਈ ਸਾਡੀਆਂ ਪ੍ਰੋਕਿਉਰਮੈਂਟਾਂ, ਤੁਸੀਂ ਪਿਛਲੀਆਂ 8 ਪ੍ਰੋਕਿਉਰਮੈਂਟਾਂ ਦੇਖੀਆਂ, ਹੈਸਲ ਫ੍ਰੀ ਪ੍ਰੋਕਿਉਰਮੈਂਟ ਹੈ, ਨਾ ਕਿਸੇ ਨੂੰ ਕੋਈ ਮੁਸ਼ਕਿਲ ਆਉਣ ਦਿੱਤੀ ਹੈ, ਨਾ CCL ਲੇਟ ਹੋਣ ਦਿੱਤੀ। ਮੰਡੀਆਂ 'ਚ ਆਈ ਫਸਲ ਚੱਕੀ ਗਈ, ਚਾਹੇ ਉਹਦੇ ਵਿੱਚ ਕਿਤੇ ਸ਼੍ਰੈਵਲਡ ਗ੍ਰੇਨ ਆਇਆ, ਕਿਤੇ ਲਸਟਰ ਲਾਸ ਆਇਆ, ਬਹੁਤ ਮੁਸ਼ਕਿਲਾਂ ਵੀ ਆਈਆਂ। 2 ਫਸਲਾਂ ਪਿਛਲੀਆਂ ਕੋਵਿਡ ਦੇ ਦੌਰਾਨ ਵੀ ਚੱਕੀਆਂ ਗਈਆਂ। ਉਹ ਸਾਰੀਆਂ ਇਹੋ ਜਿਹੇ ਪ੍ਰਬੰਧ ਕੀਤੇ ਗਏ ਵੀ ਕਿਸੇ ਨੂੰ ਕੋਈ ਮੁਸ਼ਕਿਲ ਨਾ ਆਉਣ ਦਿੱਤੀ ਜਾਵੇ। ਖਾਸ ਤੌਰ 'ਤੇ ਉਹਨਾਂ ਦੀ ਜਦੋਂ ਕਿਸਾਨ ਦੀ ਫਸਲ ਆਵੇ ਤੇ ਉਹਦੀ ਪੇਮੈਂਟ ਹੋਵੇ, ਤੇ ਨਾਲ ਜਿੰਨੇ ਸਟੇਕ ਹੋਲਡਰਸ ਸੀਗੇ, ਚਾਹੇ ਆੜ੍ਹਤੀਆ ਸੀਗੇ, ਚਾਹੇ ਟਰਾਂਸਪੋਰਟਰ ਸੀਗੇ, ਤੇ ਚਾਹੇ ਸਾਡੇ ਲੇਬਰ ਸੀਗੇ ਬੰਦੇ, ਉਹਨਾਂ ਨੂੰ ਸਭ ਨੂੰ ਬਕਾਇਦਾ ਤੌਰ 'ਤੇ ਪੈਸੇ ਦਿੱਤੇ ਗਏ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਦੁਬਾਰਾ ਤੋਂ ਉਸੇ ਤਰੀਕੇ ਮੰਡੀਆਂ ਸਟੈਗਰਡ ਵੇ ਨਾਲ ਪ੍ਰੋਕਿਉਰਮੈਂਟ ਕੀਤੀ ਜਾਵੇ, ਸਾਰਿਆਂ ਨੂੰ ਪਾਸਿਸ ਦਿੱਤੇ ਜਾਣ, ਮੰਡੀਆਂ ਦੇ ਵਿੱਚ ਪ੍ਰੋਪਰ ਇੰਤਜ਼ਾਮ ਹੋ ਜਾਣ। ਇਹ ਸਾਰਿਆਂ ਦੀ CM ਸਾਹਿਬ ਆਪ ਮੋਨੀਟਰ ਕਰਦੇ ਆ ਸਾਰੀਆਂ ਤਿਆਰੀਆਂ ਨੂੰ, ਤੇ ਆਉਣ ਵਾਲੇ ਟਾਈਮ 'ਚ ਵੀ ਅਸ਼ੋਰ ਕਰਦੇ ਹਾਂ ਵੀ ਕਿਸੇ ਨੂੰ ਕੋਈ ਮੁਸ਼ਕਿਲ ਆਉਣ ਨਹੀਂ ਦਿੱਤੀ ਜਾਏਗੀ। ਔਰ ਖਾਸ ਤੌਰ 'ਤੇ ਜਿਹੜੀ CM ਸਾਹਿਬ ਦੀ ਅਚੀਵਮੈਂਟ ਰਹੀ ਫੂਡ ਡਿਪਾਰਟਮੈਂਟ 'ਚ, ਜਿਹੜਾ ਗੈਪ ਨਹੀਂ ਆਇਆ, ਕੋਈ ਇਹੋ ਜਿਹਾ 31,000 ਕਰੋੜ ਦਾ ਦੁਬਾਰਾ ਕੋਈ ਭਾੜਾ ਵਾਪਰਨ ਦੇ ਕੋਈ ਚਾਂਸਿਸ ਨਹੀਂ ਬਣੇ, ਅਸੀਂ ਉਹਨੂੰ ਕੰਟਰੋਲ ਕਰਨ 'ਚ ਬੜੇ ਕਾਮਯਾਬ ਰਹੇ ਹਾਂ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਮਰਦੀਪ ਸਿੰਘ ਧਾਰਲੀ ਨੇ ਪੰਜਾਬ ਸਰਕਾਰ ਦੇ ਵੱਲੋਂ ਅੱਜ ਆਪਣੀਆਂ ਬਣਾਈਆਂ ਗਈਆਂ 4 ਸਾਲ ਦੀਆਂ ਪ੍ਰਾਪਤੀਆਂ ਨੂੰ ਨਿਲ ਕਰਾਰ ਦਿੰਦੇ ਹੋਏ ਕਿਹਾ ਹੈ ਕਿ ਸਰਕਾਰ ਕਿਸ ਵਿਕਾਸ ਨੂੰ ਗੜਾ ਰਹੀ ਹੈ। ਉਹਨਾਂ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੀ ਮਿਲਣੀ ਨੂੰ ਵੀ ਕੇਵਲ ਇੱਕ ਸਿਆਸੀ ਸਟੰਟ ਹੀ ਕਰਾਰ ਦਿੱਤਾ ਹੈ। ਨਾਲ ਦੀ ਨਾਲ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਆਪਣੇ 4 ਸਾਲ ਦਾ ਅੱਜ ਭਾਰਤ ਭੂਸ਼ਣ ਆਸ਼ੂ ਜੀ ਜਿਹੜੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਤੇ ਆ ਕੇ ਉਹਨਾਂ ਨੇ ਅੱਜ ਪਿਛਲੇ 4 ਸਾਲ ਦਾ ਰਿਪੋਰਟ ਕਾਰਡ ਜਿਹੜਾ ਹੈਗਾ ਸੀ ਉਹ ਲੋਕਾਂ ਦੇ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਔਰ ਨਾਲ ਦੀ ਨਾਲ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਆਪਣੇ 4 ਸਾਲ ਦਾ ਜਿਹੜਾ ਲੇਖਾ ਜੋਖਾ ਸੀ ਉਹ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੈਂ ਇਹ ਸਮਝਦਾ ਹੈਗਾ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਦੱਸਣ ਦੀ ਬਜਾਏ ਮੈਂ ਸਮਝਦਾ ਕਿ ਉਹਨਾਂ ਨੂੰ ਲੋਕਾਂ ਨੂੰ ਪੁੱਛਣਾ ਚਾਹੀਦਾ ਕਿ ਉਹਨਾਂ ਦਾ 4 ਸਾਲ ਦਾ ਰਿਪੋਰਟ ਕਾਰਡ ਕੀ ਹੈਗਾ। ਅੱਜ ਲੋਕਾਂ ਦੀ ਜੇ ਗੱਲ ਕੀਤੀ ਜਾਵੇ, ਫਾਰਮਰਸ ਦੀ ਗੱਲ ਕਰ ਲਓ, ਤੁਸੀਂ ਅੱਜ EMPLOYEES ਦੀ ਗੱਲ ਕਰ ਲਓ, ਤੁਸੀਂ ਮੁਲਾਜ਼ਮਾਂ ਦੇ ਭੱਤਿਆਂ ਦੀ ਗੱਲ ਕਰ ਲਓ, ਤੁਸੀਂ ਸਮਾਰਟਫੋਨਾਂ ਦੀ ਗੱਲ ਕਰ ਲਓ, ਤੁਸੀਂ ਬਿਜਲੀ ਦੇ ਯੂਨਿਟ ਜਿਹੜੇ ਰੇਟ ਜਿਹੜੇ ਘਟਾਉਣ ਦੀ ਗੱਲ ਕਰ ਲਓ, ਤੁਸੀਂ ਕਿਸਾਨਾਂ ਦੇ ਕਰਜ਼ਿਆਂ ਦੀ ਮਾਫੀ ਦੀ ਗੱਲ ਕਰ ਲਓ। ਉਹ ਕਹਿੰਦੇ ਕਿ ਸਾਡੇ 84% ਜਿਹੜੇ ਹੈਗੇ ਆ ਅਸੀਂ ਕੰਮ ਜਿਹੜੇ ਹੈਗੇ ਆ ਪੂਰੇ ਕਰ ਚੁੱਕੇ ਆ, ਔਰ ਪਿੱਛੇ ਸਾਡੇ 15% ਕੰਮ ਰਹਿੰਦੇ ਹੈਗੇ ਆ। ਮੈਂ ਹੈਰਾਨ ਇਸ ਗੱਲ ਤੇ ਹੈ ਕਿ 15% ਤਾਂ ਫਿਰ ਕੁਝ ਵੀ ਨਹੀਂ ਹੁੰਦਾ। 84% ਦਾ ਮਤਲਬ ਤਾਂ ਇਹ ਹੈਗਾ ਕਿ ਸਾਰੇ ਕਿਸਾਨਾਂ ਦੇ ਕਰਜ਼ੇ ਮਾਫ ਹੋ ਗਏ। ਫਿਰ ਤਾਂ 15 ਕਿਸਾਨ ਜੇ 100 ਪਿੱਛੇ 15 ਕਿਸਾਨ ਪਿੱਛੇ ਰਹਿ ਗਏ, ਜਾਂ ਬਾਕੀ ਕੰਮ ਵੀ ਜਿਹੜੇ ਹੈਗੇ ਆ ਇਸ ਤਰ੍ਹਾਂ ਹੀ ਜਿਹੜੇ ਆਪਾਂ ਜੇ ਉਹਨਾਂ ਨੂੰ ਕਹੀਏ ਕਿ 84% ਬਹੁਤ ਵੱਡੀ ਪਰਸੈਂਟੇਜ ਹੈ। ਆਪਾਂ ਬੱਚਿਆਂ ਦੇ ਪਾਸ ਹੋਣ ਦੀ ਗੱਲ ਕਰੀਏ ਤਾਂ ਉਸੇ ਤਰ੍ਹਾਂ ਦੀ ਗੱਲ ਹੈਗੀ ਆ। ਫਿਰ ਇਹਨਾਂ ਨੂੰ ਅੱਜ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਹੈਗੀਆਂ, ਕਦੇ ਪੀਕੇ ਨੂੰ ਲਿਆਉਣਾ, ਪ੍ਰਸ਼ਾਂਤ ਕਿਸ਼ੋਰ ਨੂੰ ਲੈ ਕੇ ਆਉਣਾ, ਕਦੇ ਦੂਜੀ ਗੱਲ ਹੈਗੀ ਅੱਜ ਸਿੱਧੂ ਸਾਹਿਬ ਦੀਆਂ ਤਰਲੇ ਲੰਦੇ ਫਿਰਦੇ ਹੈਗੇ ਆ। ਫਿਰ ਕਿਉਂ ਲੰਦੇ ਹੈਗੇ ਆ? ਰਿਪੋਰਟ ਕਾਰਡ ਇਹਨਾਂ ਦਾ ਬਹੁਤ ਵਧੀਆ ਹੈਗਾ। ਆਉਣ ਲੋਕਾਂ ਦੇ ਵਿੱਚ ਲੋਕ ਦੱਸ ਦੇਣਗੇ ਕਿ ਉਹਨਾਂ ਦਾ ਰਿਪੋਰਟ ਕਾਰਡ ਕੀ ਹੈਗਾ। ਕੋਰੋਨਾ ਮਹਾਮਾਰੀ ਦਾ ਅਸਰ ਸਿਰਫ ਆਮ ਲੋਕਾਂ ਤੇ ਜਾਂ ਫਿਰ ਆਮ ਜਨਜੀਵਨ ਤੇ ਹੀ ਨਹੀਂ ਬਲਕਿ ਆਸਥਾ ਤੇ ਵੀ ਪੈ ਰਿਹਾ। ਜੀ ਹਾਂ, ਸ਼੍ਰੀ ਅਨੰਦਪੁਰ ਸਾਹਿਬ ਵਿਖੇ ਮਨਾਏ ਜਾਣ ਵਾਲੇ ਪਵਿੱਤਰ ਤਿਉਹਾਰ ਹੋਲਾ ਮਹੱਲਾ ਦੇ ਲਈ ਨਵੀਆਂ ਹਿਦਾਇਤਾਂ ਲਾਗੂ ਕੀਤੀਆਂ ਜਾ ਚੁੱਕੀਆਂ ਨੇ। 27 ਮਾਰਚ ਤੋਂ ਲੈ ਕੇ 29 ਮਾਰਚ ਤੱਕ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋਲਾ ਮਹੱਲਾ ਸਜਾਇਆ ਜਾਂਦਾ ਹੈ ਤੇ ਧਾਰਮਿਕ ਸਮਾਗਮ ਕਰਵਾਏ ਜਾਂਦੇ ਨੇ। ਪਰ ਇਸ ਵਾਰ ਰੋਪੜ ਪ੍ਰਸ਼ਾਸਨ ਨੇ ਕੋਰੋਨਾ ਦੇ ਹਾਲਾਤਾਂ ਦੇ ਕਾਰਨ ਸ਼ਰਧਾਲੂਆਂ ਦੇ ਲਈ ਇਹ ਹਿਦਾਇਤਾਂ ਲਾਗੂ ਕੀਤੀਆਂ ਨੇ ਕਿ ਬਾਹਰੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਕੋਰੋਨਾ ਨੈਗੇਟਿਵ ਰਿਪੋਰਟ ਦਿਖਾਉਣੀ ਇੱਥੇ ਲਾਜ਼ਮੀ ਹੋਵੇਗੀ ਤਾਂ ਉਹਨਾਂ ਨੂੰ ਹੋਲੇ ਮਹੱਲੇ ਦੇ ਸਮਾਗਮ ਦੇ ਵਿੱਚ ਦਾਖਲ ਹੋਣ ਦੀ ਇਜਾਜ਼ਤ ਮਿਲ ਸਕਦੀ ਹੈ ਅਤੇ ਨਾਲ ਹੀ ਮਾਸਕ ਪਾਉਣਾ ਤੇ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਰੱਖਣਾ ਤੇ ਇਸ ਨੂੰ ਬਣਾਈ ਰੱਖਣਾ ਬੇਹੱਦ ਲਾਜ਼ਮੀ ਹੋਵੇਗਾ। SGPC ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਹੋਲੇ ਮਹੱਲੇ ਦੇ ਸਮਾਗਮਾਂ ਨੂੰ ਲੈ ਕੇ ਪੰਜਾਬ ਸਰਕਾਰ ਤੇ ਸਵਾਲ ਚੁੱਕੇ ਨੇ। ਉਹਨਾਂ ਕਿਹਾ ਕਿ ਸਮਾਗਮਾਂ ਦੇ ਵਿੱਚ ਆਉਣ ਵਾਲੀ ਸੰਗਤ ਦੇ ਲਈ ਕੋਰੋਨਾ ਟੈਸਟ ਲਾਜ਼ਮੀ ਕਰਨਾ ਮੰਦਭਾਗਾ ਹੈ। ਉਹਨਾਂ ਕਿਹਾ ਕਿ ਇਸ ਫੈਸਲੇ ਤੋਂ ਪਤਾ ਲੱਗਦਾ ਹੈ ਕਿ ਸਰਕਾਰ ਦੀ ਨੀਅਤ ਦੇ ਵਿੱਚ ਖੋਟ ਹੈ। ਇਹ ਵੱਡਾ ਕਾਰਜ ਜਿਹੜਾ ਸੀਗਾ 400 ਸਾਲਾਂ ਦਾ ਪ੍ਰਕਾਸ਼ ਉਤਸਵ ਦੀ ਪਹਿਲੀ ਸ਼ਤਾਬਦੀ ਦੇ ਪਹਿਲੇ ਸਮਾਗਮ ਬਹੁਤ ਮਿਹਰ ਭਰੇ ਹੱਥ ਰੱਖ ਕੇ ਕਰਵਾਏ ਔਰ ਇੰਨੀ ਸਫਲਤਾ ਜਿਹੜੀ ਹੋਈ ਹੈ, ਮੈਂ ਪਾਤਸ਼ਾਹ ਦਾ ਲੱਖ ਲੱਖ ਸ਼ੁਕਰਾਨਾ ਕਰਦੀ ਹਾਂ ਤੇ ਨਾਲ ਸੰਗਤ ਦਾ ਧੰਨਵਾਦ, ਸਾਰੀ ਖਾਲਸਾ ਪੰਥ ਦਾ ਧੰਨਵਾਦ ਜਿਨ੍ਹਾਂ ਨੇ ਵੱਡੇ ਸਹਿਯੋਗ ਦੇ ਕੇ ਦੀ ਰੌਣਕਾਂ 'ਚ ਵਾਧਾ ਕੀਤਾ।
ਮੈਂ ਮਾਫੀ ਵੀ ਮੰਗਦੀ ਹਾਂ ਜੇ ਕੋਈ ਕਮੀ ਰਹਿ ਗਈ ਹੋਵੇ ਸੇਵਾ ਵਿੱਚ, ਕਿਸੇ ਦੀ ਆਮਦ ਵਿੱਚ, ਕਿਸੇ ਦੀ ਆਓ ਭਗਤ ਵਿੱਚ। ਮੈਂ ਸਾਰੀ ਸੰਗਤ ਕੋਲ ਮਾਫੀ ਮੰਗਦੀ ਹਾਂ। ਤੇ ਨਾਲ ਹੀ ਜੋ ਹੋਲੇ ਮਹੱਲੇ ਦੇ ਦਿਹਾੜੇ ਆ ਰਹੇ ਆ, ਉੱਥੇ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਸ ਸਮਾਗਮ ਨੂੰ ਸਮਰਪਿਤ ਕਰਕੇ ਵੱਡੇ ਸਮਾਗਮ ਕੀਤੇ ਜਾ ਰਹੇ 24 ਤਰੀਕ ਤੋਂ ਸ਼ੁਰੂ ਕਰਕੇ 29 ਤਰੀਕ ਤੱਕ। ਮੈਂ ਸਾਰੀ ਸੰਗਤ ਨੂੰ ਬੇਨਤੀ ਕਰਾਂਗੀ ਕਿ ਉੱਥੇ ਵੀ ਹੋਮ ਹਮਾ ਕੇ ਪੁੱਜੋ। ਪਰ ਮੈਨੂੰ ਅੱਜ ਇੱਕ ਅਫਸੋਸ ਹੋਇਆ ਕਿ ਜਿਹੜਾ ਡਿਪਟੀ ਕਮਿਸ਼ਨਰ ਸਾਹਿਬ ਨੇ ਇੱਕ ਹੁਕਮ ਜਾਰੀ ਕੀਤਾ, ਇੱਕ ਉਹਨਾਂ ਨੇ ਜੋ ਬਿਆਨ ਦਿੱਤਾ ਕਿ ਉੱਥੇ ਜਿਹੜਾ ਵੀ ਆਵੇ ਉਹ ਕਰੋਨਾ ਟੈਸਟ 72 ਘੰਟਿਆਂ ਦੇ ਵਿੱਚ ਕਰਾ ਕੇ ਆਵੇ। ਬੜੀ ਦੁੱਖ ਦੀ ਗੱਲ ਹੈ ਕਿ ਐਡੇ ਵੱਡੇ ਸਮਾਗਮ ਦੇ ਵਿੱਚ ਲੱਖਾਂ ਦੀ ਗਿਣਤੀ ਸੰਗਤਾਂ ਨੇ ਆਉਣਾ। ਕੋਈ ਟਰੈਕਟਰ ਤੇ ਆਏਗਾ, ਕੋਈ ਟਰਾਲੀ ਤੇ ਆਏਗਾ, ਕੋਈ ਬੱਸ ਤੇ ਆਏਗਾ, ਕੋਈ ਪੈਦਲ ਆਏਗਾ, ਕੋਈ ਸਾਈਕਲ ਤੇ ਆਏਗਾ, ਸਕੂਟਰ ਤੇ ਆਏਗਾ। ਹੁਣ ਇੰਨੇ ਲੱਖਾਂ ਲੋਕ ਜਿਹੜੇ ਹੈ ਉਹ 72 ਘੰਟੇ ਕਿੱਦਾਂ ਟੈਸਟ ਕਰਾ ਸਕਦੇ ਆ। ਮੈਂ ਸਮਝਦੀ ਹਾਂ ਕਿ ਸਰਕਾਰ ਦੀ ਨੀਅਤ ਜਿਹੜੀ ਹੈ ਉਹ ਐਂਟੀ ਹੁੰਦੀ ਜਾ ਰਹੀ ਹੈ ਕਿ ਐਡੇ ਵੱਡੇ ਸਮਾਗਮ ਵੇਖ ਕੇ, ਇੰਨੀ ਸ਼ਰਧਾ ਵੇਖ ਕੇ, ਇੰਨਾ ਸਤਿਕਾਰ ਵੇਖ ਕੇ ਮੈਂ ਬੇਨਤੀ ਕਰਾਂਗੀ ਕੈਪਟਨ ਸਾਹਿਬ ਨੂੰ, ਮੁੱਖ ਮੰਤਰੀ ਜੀ ਨੂੰ ਕਿ ਇਹ ਹਦਾਇਤਾਂ ਇਸ ਤਰ੍ਹਾਂ ਦੀਆਂ ਜਾਰੀ ਕਰਕੇ ਇਹਨਾਂ ਸਮਾਗਮ ਵਿੱਚ ਰੁਕਾਵਟ ਨਾ ਪਾਓ। ਜੇ ਤੁਸੀਂ ਕੋਈ ਇਹੀ ਹੁਕਮ ਕਰਨਾ ਕਿ ਸਮਾਗਮ ਨਾ ਕੀਤੇ ਜਾਣ, ਫਿਰ ਇਹ ਆਪ ਉੱਦਾਂ ਐਲਾਨ ਕਰੋ ਪਰ ਲੋਕਾਂ ਨੂੰ ਰੋਕੋ ਨਾ ਜਿਹੜੀ ਸੰਗਤ ਨੇ ਆਉਣਾ। ਸੋ ਕਰੋਨਾ ਦਾ ਅਸਰ ਆਸਥਾ ਤੇ ਵੀ ਦਿਖਾਈ ਦਿੰਦਾ ਹੋਇਆ ਨਜ਼ਰ ਆ ਰਿਹਾ ਹੈ। ਸਰਕਾਰ ਦੇ ਵੱਲੋਂ ਹੋਲਾ ਮਹੱਲਾ ਦੇ ਲਈ ਹਦਾਇਤਾਂ ਜੋ ਨੇ ਉਹ ਲਾਗੂ ਕਰ ਦਿੱਤੀਆਂ ਗਈਆਂ ਨੇ। ਤੇ ਉਧਰ ਬਿਆਸ ਦੀ ਗੱਲ ਕਰੀਏ ਤਾਂ ਬਿਆਸ ਵਿਖੇ ਡੇਰਾ ਰਾਧਾ ਸਵਾਮੀ ਦੇ ਵੱਲੋਂ ਵੀ ਸਖਤ ਕਦਮ ਚੁੱਕੇ ਜਾ ਰਹੇ ਨੇ ਤੇ ਇੱਕ ਵਾਰ ਫਿਰ ਸਤਸੰਗ ਰੱਦ ਕਰਨ ਦੀ ਮਿਆਦ ਵਧਾ ਦਿੱਤੀ ਗਈ ਹੈ। ਦੱਸਿਏ ਕਿ ਕਰੋਨਾ ਮਹਾਮਾਰੀ ਦੇ ਕਾਰਨ ਡੇਰਾ ਬਿਆਸ ਦੇ ਸਤਸੰਗ ਭਵਨ ਬੰਦ ਕੀਤੇ ਗਏ ਸਨ, ਜੋ ਕਿ ਇਸ ਸਾਲ ਮਾਰਚ ਮਹੀਨੇ ਦੇ ਵਿੱਚ ਖੋਲੇ ਜਾਣੇ ਸਨ। ਪਰ ਹਾਲਾਤਾਂ ਨੂੰ ਦੇਖਦੇ ਹੋਏ ਇੱਕ ਵਾਰ ਫਿਰ ਭਵਨ ਬੰਦ ਕਰਨ ਦਾ ਸਮਾਂ ਵਧਾ ਦਿੱਤਾ ਗਿਆ ਹੈ ਤੇ ਹੁਣ ਇਹ ਸਾਰੇ ਸਤਸੰਗ ਭਵਨ 31 ਮਈ ਤੱਕ ਬੰਦ ਰੱਖੇ ਜਾਣਗੇ। ਇੱਕ ਪਾਸੇ ਜਿੱਥੇ ਪੰਜਾਬ ਦੀ ਕਾਂਗਰਸ ਸਰਕਾਰ ਨੇ ਆਪਣੇ 4 ਸਾਲ ਪੂਰੇ ਹੋਣ ਤੇ ਮੁੱਖ ਮੰਤਰੀ ਦੇ ਵੱਲੋਂ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕੀਤੀ, ਉੱਥੇ ਹੀ ਪੰਜਾਬ ਦੀ ਕੈਬਨਿਟ ਮੰਤਰੀ ਅਰੁਣਾ ਚੌਧਰੀ ਦੇ ਵੱਲੋਂ ਹੁਸ਼ਿਆਰਪੁਰ ਵਿੱਚ ਪ੍ਰੈਸ ਕਾਨਫਰੰਸ ਕਰਦੇ ਹੋਏ ਆਪਣੇ ਮਹਿਕਮੇ ਦੀਆਂ ਉਪਲਬਧੀਆਂ ਦੇ ਬਾਰੇ ਵੀ ਚਾਨਣਾ ਪਾਇਆ। ਬਹੁਤ ਇਤਿਹਾਸਿਕ ਦਿਨ ਹੈ ਕਿ ਅਸੀਂ ਪੰਜਾਬ ਸਰਕਾਰ ਨੇ ਆਪਣੇ 4 ਸਾਲਾਂ ਦੇ ਜਿਹੜੇ ਵੀ ਕੰਮ ਕੀਤੇ ਨੇ ਉਹਨਾਂ ਦੀ ਉਪਲਬਧੀਆਂ ਨੂੰ ਦੱਸਣ ਬਾਰੇ ਔਰ ਅੱਜ ਸਾਰੇ ਸੈਲੀਬ੍ਰੇਟ ਕਰਨ ਵਾਸਤੇ 4 ਸਾਲਾਂ ਨੂੰ ਅੱਜ ਇਹ ਪ੍ਰੈਸ ਕਾਨਫਰੰਸ ਚੀਫ ਮਿਨਿਸਟਰ ਸਾਹਿਬ ਦੀ ਹੈ ਔਰ ਵੱਖ-ਵੱਖ ਮੰਤਰੀ ਸਾਹਿਬਾਨ ਹਰ ਹਲਕੇ ਦੇ ਵਿੱਚ ਜਾ ਕੇ ਜਿੱਥੇ ਡਿਊਟੀ ਲੱਗੀ ਹੈ ਉੱਥੇ ਜਿਹੜੀਆਂ ਸਰਕਾਰ ਦੀਆਂ ਉਪਲਬਧੀਆਂ ਨੇ ਉਹਨਾਂ ਦੇ ਬਾਰੇ ਚ ਦੱਸਣਗੇ। महिला विकास मंत्रालय आपके पास है, लेकिन प्रदेश में महिलाओं पर जो क्राइम की बढ़ती वारदातें हैं उसको लेकर प्रदेश सरकार कितनी का गंभीर है? ऐसे है कि महिलाओं के लिए पहले तो मैं ये बताऊंगी कि जो अच्छा हुआ है सरकार के, क्योंकि मेरे पास ही मंत्रालय है तो मैं ये बताना चाहूँगी कि सबसे पहले तो जितनी भी महिलाएं हैं पंजाब में उनको सरकारी बसों में फ्री में सफ़र जो है वो कर दिया है, सरकार की तरफ से अनाउंसमेंट हुई अभी। और उसके बाद बुज़ुर्ग जो औरतें हैं उनके लिए और बुज़ुर्ग जो लोग हैं उनके लिए भी जो हमारा था प्रॉमिस था कि जो पेंशन है वो 1500 रुपये की जाएगी। तो दूजे पासे फिरोजपुर विखे जम्मू कश्मीर के साबका मुख मंत्री फारूक अब्दुल्ला सारागढ़ी के शहीदों को श्रद्धांजलि देने के लिए फिरोजपुर के सारागढ़ी गुरुद्वारा साहब के विच नतमस्तक होए। मीडिया के नाल गलबात करते हुए उन्होंने कहा कि किसानों दी मंगां बिल्कुल जायज़ नहीं और केंद्र सरकार नूं खेती कानून रद्द करने चाहिए ने और केंद्र नूं ही सरकारां किसानों के नाल गलबात करन नूं पहल देनी चाहिए है ताकि इस मसले का कोई जल्द हल कढ़िया जा सके। कई मसले लंबे हो जाते हैं मगर किसानों का मसला सही है। 3 कानून जो पास किए गए हमने उसका विरोध किया पार्लियामेंट में और हमने उस वक्त भी सरकार से कहा था इसको स्टैंडिंग कमेटी में भेज दीजिए, वहाँ देखें इसमें अगर कोई खराबी है उसको ठीक किया जा सकता है और फिर कानून लाइए। जम्मू कश्मीर आज भी हम ये कहते हैं कि आज भी हम ये कहते हैं कि ये जो कानून है इसको वापस ले लीजिए, किसानों से बैठ के बात कर लीजिए और जो सही है उसको लाइए जिसमें किसान भी खुश रहेगा, देश भी आगे तरक्की करेगा। किसान मर गया तो हम कहाँ जाएं?
21 ਮਾਰਚ ਨੂੰ ਹੋਣ ਵਾਲੇ ਆਮ ਆਦਮੀ ਪਾਰਟੀ ਦੇ ਕਿਸਾਨ ਮਹਾਸੰਮੇਲਨ ਦੀਆਂ ਤਿਆਰੀਆਂ ਵੱਡੀ ਪੱਧਰ ਤੇ ਚੱਲ ਰਹੀਆਂ ਨੇ। ਹੁਣ ਪਾਰਟੀ ਨੇ ਆਪ ਦੇ ਕਨਵੀਨਰ ਅਤੇ ਮਹਾਸੰਮੇਲਨ ਦੇ ਮੁੱਖ ਬੁਲਾਰੇ ਅਰਵਿੰਦ ਕੇਜਰੀਵਾਲ ਦੇ ਆਉਣ ਦੇ ਸਮੇਂ ਦਾ ਐਲਾਨ ਵੀ ਕਰ ਦਿੱਤਾ ਹੈ। ਆਮ ਆਦਮੀ ਪਾਰਟੀ ਦੇ ਹਲਕਾ ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਅਤੇ ਹਰਮਨਜੀਤ ਸਿੰਘ ਬਰਾੜ ਜ਼ਿਲ੍ਹਾ ਪ੍ਰਧਾਨ ਦੇ ਵੱਲੋਂ ਇਸ ਕਿਸਾਨ ਮਹਾਸੰਮੇਲਨ ਦੀ ਜਾਣਕਾਰੀ ਪੱਤਰਕਾਰਾਂ ਦੇ ਨਾਲ ਸਾਂਝੀ ਕੀਤੀ ਗਈ ਹੈ ਕਿ 21 ਮਾਰਚ ਨੂੰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਬਾਘਾ ਪੁਰਾਣਾ ਵਿਖੇ ਪਹੁੰਚ ਰਹੇ ਨੇ। ਬਾਘਾ ਪੁਰਾਣਾ ਕਿਸਾਨ ਮਹਾਸੰਮੇਲਨ ਕੀਤਾ ਜਾ ਰਿਹਾ ਆਮ ਆਦਮੀ ਪਾਰਟੀ ਵੱਲੋਂ, ਜਿਹਦੇ ਵਿੱਚ ਕੇਜਰੀਵਾਲ ਸਾਹਿਬ ਕਿਸਾਨਾਂ ਦੇ ਹੱਕ ਵਿੱਚ ਆਪਣੀ ਕੀ ਕੁਝ ਕਰਨਗੇ, ਪਾਰਟੀ ਵੱਲੋਂ ਕੀ ਹਦਾਇਤਾਂ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਉਹਨਾਂ ਨੂੰ ਦੇਣਗੇ, ਉਹਦੇ ਬਾਰੇ ਸਾਰਾ ਕੁਝ ਦੱਸਣਗੇ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਇੱਕੋ ਇੱਕ ਆਮ ਆਦਮੀ ਪਾਰਟੀ ਹੈ ਜਿਹੜੀ ਕਿਸਾਨਾਂ ਦੇ ਇਸ ਸੰਘਰਸ਼ ਦੇ ਵਿੱਚ ਨਾਲ ਖੜੀ ਆ। ਤੇ ਜਾਣ ਤੋਂ ਪਹਿਲਾਂ ਇੱਕ ਨਜ਼ਰ ਮੁੱਖ ਸੁਰਖੀਆਂ ਤੇ। ਪੰਜਾਬ ਦੇ ਵਿੱਚ ਲਗਾਤਾਰ ਵਧ ਰਿਹਾ ਕਰੋਨਾ ਦਾ ਆંકੜਾ। 24 ਘੰਟਿਆਂ ਵਿੱਚ 2387 ਨਵੇਂ ਮਾਮਲੇ ਆਏ ਸਾਹਮਣੇ। 32 ਲੋਕਾਂ ਨੇ ਤੋੜਿਆ ਦਮ। ਪੰਜਾਬ ਸਰਕਾਰ ਵੱਲੋਂ ਬਣਾਈ ਰਿਵਿਊ ਕਮੇਟੀ ਅੱਜ ਕਰ ਸਕਦੀ ਹੈ ਬੈਠਕ। ਸਖਤ ਹਿਦਾਇਤਾਂ ਦਾ ਹੋ ਸਕਦਾ ਹੈ ਐਲਾਨ। ਅੱਜ ਮੰਡੀਆਂ ਵਿੱਚ ਸੰਯੁਕਤ ਕਿਸਾਨ ਮੋਰਚਾ ਕਰੇਗਾ ਹੱਲਾ ਬੋਲ। FCI ਦੇ ਸਿੱਧੀ ਅਦਾਇਗੀ ਦੇ ਫੈਸਲੇ ਦਾ ਵਿਰੋਧ। ਵਪਾਰੀਆਂ ਦੇ ਸਮਰਥਨ ਵਿੱਚ ਮੰਡੀਆਂ 'ਚ ਕੀਤਾ ਜਾਵੇਗਾ ਰੋਸ ਮੁਜ਼ਾਹਰਾ। ਮੋਗਾ ਦੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ। ਆਪਣੀ ਹੀ ਕਾਰ ਦੇ ਵਿੱਚ ਸਵਾਰ 2 ਲੜਕੀਆਂ ਤੇ ਸ਼ਖਸ ਨੇ ਚਲਾਈਆਂ ਗੋਲੀਆਂ ਮਾਰ ਕੇ ਦੋਹਾਂ ਨੂੰ ਸੜਕ ਵਿਚਾਲੇ ਸੁੱਟ ਕੇ ਹੋਇਆ ਫਰਾਰ। ਇੱਕ ਲੜਕੀ ਦੀ ਮੌਤ, ਇੱਕ ਦੀ ਹਾਲਤ ਗੰਭੀਰ। ਜ਼ੀਰਕਪੁਰ ਦੇ ਵਿੱਚ ਕਾਰ ਨੇ ਮਚਾਈ ਤਬਾਹੀ। 2 ਕਾਰਾਂ ਨੂੰ ਟੱਕਰ ਮਾਰਦੀ ਹੋਈ ਦੁਕਾਨ 'ਚ ਦਾਖਲ ਹੋਈ ਕਾਰ। ਵਾਲ-ਵਾਲ ਬੱਚੇ, ਦੁਕਾਨ 'ਚ ਖੜੇ ਲੋਕ, ਦੁਕਾਨ ਹੋਈ ਤਹਿਸ-ਨਹਿਸ। ਤੇ ਜੇਕਰ ਤੁਸੀਂ ਕੋਈ ਸੁਝਾਅ ਜਾਂ ਜਾਣਕਾਰੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ, ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ news@fastway.in ਤੇ। ਤੁਸੀਂ ਸਾਨੂੰ ਆਨਲਾਈਨ ਦੇਖ ਸਕਦੇ ਹੋ www.fastway.in ਤੇ। ਬੁਲਟਨ ਵਿੱਚ ਫਿਲਹਾਲ ਬਸ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ।